गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है जिसका सिरलेख है दिलगीर दिलजोर दिलशाद। आओ उसका अगला हिस्सा सरवण करने की कोशिश करिए जी। छेवां परतावा सिखी। गुरु जी ने जो महान काम करने लई विचारिया सी उस ਲਈ परतावे लै रहे सन कि किस पास्यों मदद मिलेगी ते किस पास्यों मुखालफत होवेगी। ਇਹ ਸਭ ਤੋਂ ਮੁਖੀ ਮਸੰਦ ਸੀ। ਇਹਦਾ ਪਾਜ ਖੁੱਲ ਗਿਆ। ਇਸ ਤੋਂ ਮਗਰੋਂ ਹੋਰ ਵੀ ਦੇਖੇ। ਅੰਤ ਵਿੱਚ ਆਪ ਇਸ ਸਿੱਟੇ ਤੇ ਪਹੁੰਚੇ ਕਿ ਇਹਨਾਂ ਵਿੱਚ ਲੋਭ ਲਹਿਰ ਘਰ ਕਰ ਗਈ ਹੈ। ਮਾਇਆ ਦਾ ਪ੍ਰੇਮ ਇਹਨਾਂ ਦੀ ਸਿੱਖੀ ਨੂੰ ਉੱਲੀ ਲਾ ਗਿਆ ਹੈ। ਇਹ ਹੁਣ ਕੰਮ ਨਹੀਂ ਆ ਸਕਦੇ। ਚਾਹੋ ਵਿੱਚ ਕੋਈ ਖਰਾ ਵੀ ਹੈ ਪਰ ਉਹ ਬਹੁਤ ਥੋੜੇ ਹਨ। ਮਸੰਦਾਂ ਨੂੰ ਪਰਤਾ ਕੇ ਸਤਿਗੁਰ ਨੇ ਪਰਦਾ ਨਹੀਂ ਪਾਇਆ। ਜਿਵੇਂ ਕੇਸੋ ਦਾਸ ਆਦਿ ਦੇ ਪਰਤਾਵੇ ਤੇ ਸੱਚੇ ਵਾਕ ਕਹੇ, ਜਿਵੇਂ ਜੋਗੀ ਸੰਨਿਆਸੀ ਪਰਖ ਕੇ ਵਾਕ ਕੀਤੇ, ਉਸੇ ਤਰ੍ਹਾਂ ਮਸੰਦਾਂ ਨੂੰ ਪਰਖ ਕੇ ਇਹ ਵਾਕ ਉਚਾਰੇ। ਜੇਕਰ ਕਉ ਮਸੰਦਨ ਸੋ ਕਹੈਂ, ਸਰਬ ਦਰਬ ਲੈ ਮੋਹਿ ਅਪੇਦੇ। ਅੱਗੇ ਇੱਕ ਥਾਂ ਲਿਖਿਆ ਹੈ, ਜੋ ਕਰ ਸੇਵ ਮਸੰਦਨ ਕੀ ਕਹੈਂ, आन प्रसाद सबै मोह दीजै। जो कुछ माल तवाले सो अभी उठ पेट हमारी ही कीजै। मेरो ही ध्यान तरो निस्बासर भूल के और को नाम न लीजै। दीने को नाम सुने भेज रातै, लीने बिना नह नैक प्रसीजै। मसंदा दियां परखणा तो बाद गुरु जी ने इन्हां तो सारी आस चुका दिती ते पंथ विचों कढ़ देण दी ठाण लई। ਇਹ ਕੰਮ बड़ा औखा सी क्योंकि सारा प्रबंध इन्हां दे हाथ विच सी। बाकी संगत सी जिस दी सतगुर ते टेक सी। आप नूं पता सी नवां गुरु साहिबां दियां घालणां नाल सिੱਖੀ विच नाम है, बाणी दा प्रेम है, सिੱਖੀ विच वाहिगुरू दा सिदक भरोसा है, सिੱਖੀ विच सच है, सच दा वर्ताव है, परस्पर प्रेम है, कुर्बानी दा मादा है। पर आप चाहुंदे सी कि जो जाच छेवें सतगुरां ने सिखाई सी कि मरीदा किकों है, ਉਹ ਜਾਚ ਹੁਣ ਨਿਰੀ ਆਪਣੀ ਸੈਨਾ ਵਿੱਚ ਹੀ ਨਾ ਰਹੇ, ਪੰਥ ਵਿੱਚ ਪ੍ਰਵਿਰਤ ਹੋ ਜਾਵੇ। ਪਰ ਇੱਥੇ ਵੀ ਆਪ ਦੇ ਮਹਾਨ ਆਤਮਾ ਨੇ ਪਰਤਾਵਾ ਕਰਨਾ ਜ਼ਰੂਰੀ ਜਾਤਾ। ਜੈਸਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਪੁਨ ਸੋਧਨ ਸੰਗਤ ਗੁਰ ਚਾਹਤ, ਪਰਖਨ ਸਿੱਖੀ ਬੀਚ ਉਮਾਹਤ, ਖੋਜਨ ਕਰਕੇ ਪੰਥ ਚਲਾਵਨ, अजब खालसा करो उपावन, हृदय मनोरथ को तर ऐसे, चितवत श्री सतगुर बित तैसे। इस मनोरथ सिद्धि लई आप जी ने परवाने जारी करवाए कि वैसाखी पर संगतां सब देश दिशांतरां तो आवन। तदों समत 1756 बिक्रमी सी। संगतां आ गईयां। एक दिन दीवान सज रिहा सी, विच श्री गुरु जी बिराज रहे सन। जद सारा दीवान भर गया तो आपने हाथ फड़िया, तीर पत्थे पाया, तलवार खिंच लई ते खड़े होके बोले, ओ मेरे सदावण वालिओ, आओ सीस पेट दिओ, मैनू तुहाडे सीसां दी लोड़ है। आओ मेरी तलवार दी भेंट आपा कर दिओ। मेरी प्यारी संगत जी, कोई मेरा ऐसा प्रेमी सिख है जो अपना सीस भेटा दे सके? हाँ, कोई ऐसा कम है कि उस ਲਈ ਸੀਸ ਭੇਟ ਦੀ ਲੋੜ ਹੈ। ਇਹ ਕਹਿ ਕੇ ਸੂਤੀ ਤਲਵਾਰ ਤੇ ਨਜ਼ਰ ਟਿਕਾ ਲਈ ਤੇ ਸੰਗਤ ਵਿੱਚ ਹਲਚਲੀ ਮਚ ਗਈ। ਇੱਕ ਦੂਏ ਦੇ ਮੂੰਹ ਵੱਲ ਤੱਕਣ, ਸੋਚਣ, ਵਿਚਾਰਨ, ਉਮਲਣ, ਫਿਰ ਸੋਚੀ ਪੈ ਜਾਣ। ਗੁਰੂ ਜੀ ਵੱਲ ਤੱਕਣ ਤਾਂ ਤੱਕਿਆ ਨਾ ਜਾਵੇ, ਐਸਾ ਕੋਈ ਤੇਜ ਚਮਕ ਰਿਹਾ ਦਿਸੇ। ਆਪ ਫਿਰ ਦੂਜੀ ਵਾਰ ਗਰਜ ਕੇ ਬੋਲੇ, ਹੈ ਕੋਈ ਸਿੱਖ देह दा प्यार त्याग के जो अपने आप दा दान दे देवे? आह, कौन नितरे? लोकी आखदे हन अगे तां मस्त कमला सी, हुण शोरी कमला हो गया। हाँ शोक, हे जगत, तू जिस दे लई सोहणियां दा सुल्तान तलवार सूती खड़ा है, तू उसनू शोरी कमला आखदा है? आख, तेरी रवश एहो है, पर दाते ने तेरा रोग कटना है। दिलजोर जी हुण फिर ललकारदे हन ते सिर मंगदे हन, कोई है? संगतां विच चुप ते सतंभ अवस्था छा रही सी। अकल काम नहीं सी करदी।
ਨਾ ਕੀਤੀ ਨਹੀਂ ਸੀ ਜਾਂਦੀ, ਸਿੱਖੀ ਰਉ ਰੀਤੀ ਦੇ ਉਲਟ ਸੀ। ਹਾਂ ਕੀਤੀ ਨਹੀਂ ਸੀ ਜਾਂਦੀ, ਪ੍ਰਾਣ ਅਤ ਪਿਆਰੇ ਹਨ। ਦੇਵੀ ਪੁੱਠੀ ਪੈ ਗਈ ਹੈ, ਇਹ ਖਿਆਲ ਮਸੰਦਾਂ ਨੇ ਸਿੱਖੀ ਵਿੱਚ ਬਹੁਤ ਪਰਵਿਰਤ ਕਰ ਰੱਖਿਆ ਸੀ। ਸੋਚਦੇ ਸਨ ਸਿਰ ਲੈ ਕੇ ਕੀ ਕਰਨਗੇ। ਮਸੰਦ ਸੱਚੇ ਹਨ ਜੋ ਕਹਿੰਦੇ ਹਨ ਕਿ ਦੇਵੀ ਹੀ ਪੁੱਠੀ ਪਈ ਹੈ। ਫਿਰ ਸੋਚ ਪੂਰੀ, ਗੁਰੂ ਪੂਰਾ ਹੈ, ਦਾਨਾ ਹੈ, ਦਾਤਾ ਹੈ, ਪ੍ਰੇਮ ਹੈ, ਭੁੱਲ ਕਦੇ ਨਹੀਂ ਕਰ ਸਕਦਾ। ਐਸੀ ਦੁਚਤਾਈ ਅਖੀਰ ਸਤੰਭ ਕਰ ਦਿੰਦੀ ਸੀ ਕਿ ਇੰਨੇ ਵਿੱਚ ਲਾਹੌਰ ਦਾ ਇੱਕ ਖੱਤਰੀ ਸਿੱਖ ਜੋ ਗੁਰੂ ਘਰ ਦੀ ਅਨੁਭਵੀ ਵਿਦਿਆ ਦੇ ਸਿਵਾ ਵੇਦਾਂਤ ਦੇ ਜੋਗ ਮਤ ਦਾ ਗਿਆਤਾ ਸੀ, ਉੱਠਿਆ। ਇਹ ਸੋਚਦਾ ਕਿ ਸਰੀਰ ਤਾਂ ਰਹਿਣਾ ਨਹੀਂ, ਆਤਮਾ ਮਰਨਾ ਨਹੀਂ। ਸਰੀਰ ਵਰਗੀ ਨਾਸ਼ਮਾਨ ਸ਼ੈ ਗਿਆਨ ਭਗਤੀ ਦਾ ਦਾਤਾ ਗੁਰੂ ਮੰਗਦਾ ਹੈ। ਐਸਾ ਸਮਾਂ ਫਿਰ ਕਦ ਲੱਭਣਾ ਹੈ? ਸਫਲ ਕਰ ਜਨਮ। ਇਹ ਮਿੱਟੀ ਦੀ ਹਾਂਡੀ ਨੂੰ ਫੋੜ ਦੇ ਦਾਤੇ ਦੇ ਚਰਨਾਂ ਵਿੱਚ। ਇਉਂ ਅਮਰ ਭਾਵਨਾ ਵਿੱਚ ਆ ਕੇ ਸਿੱਖ ਸਿਰ ਨਿਛਾਵਰ ਕਰਨ ਲਈ ਅੱਗੇ ਹੋਇਆ। ਸਿਰ ਸਿੱਖਦੀ ਹੈ ਤੂੰ ਬੜੀ, ਤੂੰ ਅੰਮ੍ਰਿਤ ਦੀ ਖਾਣ, ਰੀਝੇ ਜੇ ਸਿਰ ਲੀਤਿਆਂ ਲੈ ਮੇਰੇ ਸੁਲਤਾਨ। ਦਿਲਜ਼ੋਰ ਜੀ ਸਿਰ ਭੇਟ ਦੇਣ ਵਾਲੇ ਨੂੰ ਬਾਹੋਂ ਖਿੱਚ ਤੰਬੂ ਵਿੱਚ ਲੈ ਗਏ। ਲਹੂ ਨਾਤੀ ਤਲਵਾਰ ਚਮਕਾਉਂਦੇ ਫੇਰ ਬਾਹਰ ਆਏ। ਸਿੱਖਾਂ ਨੇ ਲਹੂ ਭਰੀ ਤਲਵਾਰ ਤੱਕ ਲਈ ਤੇ ਸਿੱਖ ਮਾਰਿਆ ਗਿਆ ਜਾਣ ਗਏ। ਹੁਣ ਪਹਿਲੀਆਂ ਸੋਚਾਂ ਉੱਤੇ ਡਰ ਵਧੇਰੇ ਛਾ ਗਿਆ। ਸੰਸੇ ਦੇ ਬਦਨਾਂ ਵਾਲੇ ਆਕਾਸ਼ ਤੇ ਭੈ ਦੀਆਂ ਹੋਰ ਕਾਲੀਆਂ ਘਟਾਂ ਛਾ ਗਈਆਂ। ਆਪ ਫਿਰ ਆ ਖੜੋਤੇ, ਫਿਰ ਲਲਕਾਰੇ। ਹੁਣ ਸੁਰ ਵਧੇਰੇ ਗਰਜਵੀਂ ਸੀ। ਤ੍ਰੈ ਵੇਰ ਫਿਰ ਉਸੀ ਤਰ੍ਹਾਂ ਸੀਸ ਦੀ ਮੰਗ ਪਾਈ। ਆਹ ਸੀਸ ਖਲਬਲੀ ਮਚਦੀ ਹੈ। ਕਮਲਾ ਹੋ ਗਿਆ। ਗੁਰੂ ਨਾਨਕ ਦੀ ਗੱਦੀ ਹੈ ਸੀਸ। ਪਰ ਉਹ ਦੇਖੋ, ਇੱਕ ਹੋਰ ਗਰੀਬ ਪਰ ਮਜ਼ਬੂਤ ਸੂਰਤ ਕਮਲਾ ਆਖਣ ਵਾਲਿਆਂ ਵਿੱਚੋਂ ਉੱਠ ਤੁਰੀ ਅੱਗੇ ਵਧੀ। ਤਲਵਾਰ ਦੇ ਵਾਰ ਦੇ ਘੇਰੇ ਵਿੱਚ ਜਾ ਖੜੋਤੀ। ਜਿਸ ਦਿਨ ਸੀਸ ਨਿਵਾਇਆ, ਭੇਟਾ ਹੋ ਗਿਆ ਸੀਸ, ਦਿੱਤਾ ਹੋਇਆ ਕੀ ਦਿਆਂ, ਤੇਰਾ ਏ ਜਗਦੀਸ਼। ਦਿਲਜ਼ੋਰ ਜੀ ਇਸ ਨੂੰ ਫੜ ਕੇ ਅੰਦਰ ਲੈ ਗਏ। ਪਹਿਲੇ ਸਿੱਖ ਦਇਆਰਾਮ ਦੇ ਪਾਸ ਇਸ ਧਰਮਦਾਸ ਨੂੰ ਬਿਠਾ ਦਿੱਤਾ ਤੇ ਲਹੂ ਰੰਗੀ ਭਗਵਤੀ ਚਮਕਾਉਂਦੇ ਫਿਰ ਬਾਹਰ ਆ ਖੜੇ ਹੋਏ ਤੇ ਤੀਸਰੀ ਵੇਰ ਫਿਰ ਸਿਰ ਦੀ ਮੰਗ ਕੀਤੀ। ਸੰਗਤਾਂ ਵਿੱਚੋਂ ਹੁਣ ਕੁਛ ਮਸੰਦ ਸਹਿਜੇ ਸਹਿਜੇ ਤਿਲਕ ਗਏ ਸਨ ਤੇ ਮਾਤਾ ਜੀ ਪਾਸ ਜਾ ਫਰਿਆਦੀ ਹੋਏ, ਮਾਤਾ ਦੇਵੀ ਪੁੱਠੀ ਪੈ ਗਈ, ਗੁਰੂ ਕੇ ਬਾਵਲੇ ਹੋ ਗਏ। ਇਹਨਾਂ ਨੂੰ ਘਰ ਵਿੱਚ ਬੰਦ ਕਰਕੇ ਪਹਿਰੇ ਹੇਠ ਰੱਖੋ ਤੇ ਗੱਦੀ ਪਰ ਪੋਤਰੇ ਨੂੰ ਬਿਠਾਓ, ਤਾਂ ਗੁਰੂ ਘਰ ਦੀ ਕਾਰ ਚੱਲੇਗੀ। ਮਾਤਾ ਜੀ ਨੇ ਸੁਣ ਕੇ ਇੱਕ ਦਾਸ ਨੂੰ ਠੀਕ ਖਬਰ ਲਿਆਉਣ ਲਈ ਘੱਲਿਆ। ਉਧਰ ਸ਼ਹਿਰ ਵਿੱਚ ਰੋਲਾ ਪੈ ਗਿਆ ਕਿ ਗੁਰੂ ਕਿਆਂ ਨੂੰ ਕੁਝ ਹੋ ਗਿਆ ਹੈ, ਆਪਣੇ ਸਿੱਖਾਂ ਦੇ ਸਿਰ ਵੱਢੀ ਜਾਂਦੇ ਹਨ। ਪਰ ਦਿਲਜ਼ੋਰ ਜੀ ਆਪਣਾ ਕੰਮ ਉਸੇ ਅਹਿਲ ਰੰਗ ਵਿੱਚ ਕਰ ਰਹੇ ਸਨ। ਤੀਜੀ ਵੇਰ ਫੇਰ ਆ ਕੇ ਲਲਕਾਰੇ, ਇੱਕ ਸੀਸ। ਕੋਈ ਸਿੱਖ ਸੀਸ ਭੇਟਾ ਕਰੇ। ਤ੍ਰੈ ਵੇਰ ਦੀ ਪੁਕਾਰ ਮਗਰੋਂ ਮੋਹਕਮ ਨਾਮ ਦਾ ਜਾਤ ਦਾ ਨਾਮਾ ਬੰਸੀ ਦਵਾਰਕਾ ਦਾ ਵਾਸੀ ਇੱਕ ਸਿੱਖ ਉੱਠਿਆ ਤੇ ਆ ਸਿਰ ਨੇ ਉਡਾ ਕੇ ਸੀਸ ਪੇਸ਼ ਕੀਤਾ। ਪਾਤਸ਼ਾਹ, ਲਹੋ ਸੀਸ ਤੇ ਛਿਮਾ ਕਰੋ, ਜੋ ਐਤਨੀ ਦੇਰ ਲਾ ਕੇ ਤੇਰਾ ਦਿੱਤਾ ਤੈਨੂੰ ਅਰਪਨ ਆਇਆ ਹਾਂ। ਤੇਰੀ ਧੁਰੋਂ ਅਮਾਨ, ਜੋ ਕੁਛ ਮੇਰੇ ਪਾਸ ਹੈ, ਮਿਲਦਾ ਸੁਖ ਮਹਾਨ, ਮਾਲ ਅਮਾਨਤ ਦਿੱਤੇ। ਇਹ ਸਿਰ ਨੁਛਾਵਰੀਏ ਨੂੰ ਵੀ ਤੰਬੂ ਦੇ ਅੰਦਰ ਲੈ ਗਏ। ਫਿਰ ਧੂਈ ਤਲਵਾਰ ਲੈ ਕੇ ਬਾਹਰ ਆਏ ਤੇ ਗੱਜ ਕੇ ਬੋਲੇ, ਇੱਕ ਹੋਰ। ਹੁਣ ਹੋਰ ਸਹਿਮ ਛਾ ਗਿਆ। ਪਰ ਫਿਰ ਇੱਕ ਸੂਰਤ ਨਿਕਲੀ, ਨੈਣਾ ਵਿੱਚ ਲਾਲੀ ਤੇ ਲਾਲੀ ਵਿੱਚ ਖੁਸ਼ਹਾਲੀ। ਸੂਰਤ ਅੱਗੇ ਆਈ ਤੇ ਝੁਕ ਗਈ। ਨਿਉ ਕੇ ਸਿਰ ਜਗ ਆਇਆ, ਝੁਕਿਆ ਦੁਆਰੋਂ ਦੁਆਰ, ਇਹ ਵਡ ਭਾਗੀ ਜੇ ਝੁਕੇ, ਅੱਗੇ ਤੈਂ ਤਲਵਾਰ। ਦਿਲਜ਼ੋਰ ਜੀ ਇਸ ਨੂੰ ਵੀ ਤੰਬੂ ਵਿੱਚ ਛਿੱਕ ਕੇ ਲੈ ਗਏ ਤੇ ਲਾਲ ਅੰਗਾਰੇ ਨੇਤਰੀ ਫਿਰ ਆ ਕੇ ਬੋਲੇ, ਕੋਈ ਹੋਰ ਨਿਤਰੇਗਾ। ਜਦ 4 ਸਿੱਖ ਮਾਰੇ ਗਏ, ਸੰਗਤ ਨੇ ਲਖ ਲਏ ਤਾਂ ਮਰੋਣੀ ਛਾ ਗਈ। ਦੂਰ ਦੂਰ ਵਾਲਿਆਂ ਵਿੱਚੋਂ ਦੱਬੇ ਪੈਰੀਂ ਖਿਸਕੰਤ ਸ਼ੁਰੂ ਹੋ ਗਈ। ਕਈ ਸਤੰਭ ਹੋਏ ਬੈਠੇ ਰਹੇ, ਕਈ ਲਾਜ ਦੇ ਮਾਰੇ ਨਾ ਉੱਠੇ, ਪਰ ਬਹੁਤੇ ਦੁਚਤਾਈ ਵਿੱਚ ਸਜੇ ਰਹੇ।
ਕਦੇ ਚਿਤ ਕਹੇ ਗੁਰੂ ਸਰਵਗ ਹੈ ਅਭੁੱਲ ਹੈ। ਉਠੋ ਕਰੋ ਸੀਸ ਭੇਟਾ। ਕਿਸੇ ਰੋਗ ਨਾਲ ਮਰਨਾ ਹੀ ਹੈ ਨਾ, ਇਹ ਤਾਂ ਤਤ ਫਟ ਸ਼ਸਤਰ ਦੀ ਮੌਤ ਹੈ। ਕਦੇ ਚਿਤ ਕਹੇ ਗੁਰੂ ਜੀ ਕਾਲੀ ਦੇ ਪ੍ਰਭਾਵ ਹੇਠ ਹਨ, ਆਪੇ ਵਿੱਚ ਨਹੀਂ ਹਨ। ਇਸ ਵੇਲੇ ਕੁਰਬਾਨੀ ਦੇਣ ਦਾ ਕੀ ਲਾਭ। ਪਰ ਫਿਰ ਵੀ ਇੱਕ ਸਿੱਖ ਹਿੰਮਤ ਨਾਮ ਦਾ ਹਿੰਮਤੀਆਂ ਉੱਠ ਬੈਠਾ। ਇਹ ਜਗਨਨਾਥ ਦਾ ਵਾਸੀ ਸੀ, ਜਾਤ ਦਾ ਚੀਵਰ ਸੀ ਆ ਗਿਆ। ਤੁਰ ਤੋਂ ਉਸ ਨਕਸ਼ ਨੇ ਨਕਸ਼ਾ ਕੀਤਾ ਤਿਆਰ। ਸਿਰ ਚੁੱਕਿਆ ਮੇਰਾ ਰਹੇ ਹੇਠਾਂ ਤੂੰ ਤਲਵਾਰ। ਖਿੱਚੇ ਜੇ ਧਰਤੀ ਉੱਪਰੇ ਉਹ ਧੁਰ ਦਾ ਨਕਸ਼। ਅਚਰਜ ਦੀ ਕੀ ਗੱਲ ਹੈ ਪੈਂਦਾ ਉਸ ਦਾ ਅਕਸ। ਇਸ ਸੂਰਤ ਨੂੰ ਵੀ ਅੰਦਰ ਲੈ ਗਏ। ਤੀਸਰਾ ਦਿਲਸ਼ਾਦ। ਸੰਗਤ ਨੇ ਸਮਝ ਲਿਆ ਕਿ ਗਿਆ ਇਹ ਵੀ। ਹੁਣ ਅੰਦਰ ਕੀ ਵਰਤਿਆ। ਸੀਸ ਭੇਟਾਂ ਮੰਗਣ ਵਾਲੇ ਨੇ ਪੰਜਾਂ ਨੂੰ ਗਲਵਕੜੀ ਪਾ ਪਾ ਪਿਆਰਿਆ ਤੇ ਇਹ ਵਾਕ ਉਚਾਰੇ, ਤੁਸੀਂ ਆਪ ਤੋਂ ਮਰ ਗਏ ਹੋ, ਹੁਣ ਮਮ ਸਰੂਪ ਤੁਮ ਅਬ ਪਏ, ਹਉ ਭਾ ਤੁਮੈ ਸਰੂਪ, ਬ੍ਰਹਮ ਗਿਆਨ ਦ੍ਰਿੜ ਹਿਰਦੈ ਹੋਐ, ਪਦ ਅਤਲੀਨ ਅਨੂਪ। ਇਹ ਵਰ ਬਖਸ਼ ਕੇ ਬਾਹਰ ਨਿਕਲੇ। ਹਾਂ ਦਿਲਗੀਰ ਜੀ ਜੋ ਦਿਲਜ਼ੋਰ ਹੋ ਅੰਦਰ ਵੜੇ ਸਨ, ਹੁਣ ਨਿਕਲੇ ਹਨ ਦਿਲਸ਼ਾਦ ਹੋ। ਲਹੂ ਭਰੀ ਤਲਵਾਰ ਹੁਣ ਮਿਆਨ ਵਿੱਚ ਹੈ। ਪੰਜੇ ਜਿਉਂਦੇ ਜਾਗਦੇ ਸਹੀ ਸਲਾਮਤ ਤਾਰਿਆਂ ਦੇ ਪਰਿਵਾਰ ਵਾਂਗੂ ਗੁਰੂ ਚੰਦ ਨੂੰ ਆਪਣੇ ਵਿੱਚ ਪਰਵਾਰਿਤ ਕਰੀ ਆ ਰਹੇ ਹਨ। ਸੰਗਤ ਦੇ ਅਸਚਰਜ ਦਾ ਕੋਈ ਅੰਤ ਨਾ ਰਿਹਾ। ਮਰੇ ਹੋਏ ਜਿਉਂਦੇ ਹਨ। ਕੀ ਜਾਣੀਏ ਮਾਰ ਮਾਰ ਕੇ ਗੁਰੂ ਨੇ ਆਪਣੀ ਦੈਵੀ ਸ਼ਕਤੀ ਨਾਲ ਫਿਰ ਜਿਵਾ ਆਂਦੇ ਹਨ। ਖਬਰੇ ਕੋਈ ਹੋਰ ਕੌਤਕ ਹੋਵੇ, ਗੁਰੂ ਕੀ ਗਤ ਗੁਰੂ ਜਾਣੇ। ਪਰ ਮਸੰਦ ਗਲਤ ਕਹਿੰਦੇ ਹਨ ਕਿ ਦੇਵੀ ਪੁੱਠੀ ਪਈ ਹੈ। ਗੁਰੂ ਤਾਂ ਗੁਰੂ ਹੈ, ਬੋਰਾਨਿਆ ਨਹੀਂ ਹੈ। ਸੰਗਤ ਦੀ ਇਸ ਹੈਰਾਨੀ ਵਿੱਚ ਸਤਿਗੁਰੂ ਉੱਚੀ ਗਗਨ ਗੰਭੀਰ ਸੁਰ ਵਿੱਚ ਬੋਲੇ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਰਖਣਾ ਵਿੱਚ ਸਿੱਖੀ ਦੀ ਆਨ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ। ਅੱਜ ਦੀ ਪਰਖਣਾ ਵਿੱਚ ਸਿੱਖੀ ਦੀ ਆਨ ਪੰਜਾਂ ਸਿੱਖਾਂ ਨੇ ਰੱਖੀ ਹੈ। ਇਹਨਾਂ ਪੰਜਾਂ ਦੇ ਸਮੁਦਾਇ ਨੂੰ ਹੁਣ ਮੇਰੇ ਤੁਲ ਸਮਝੋ। ਮੇਰੇ ਤੇ ਇਹਨਾਂ ਵਿੱਚ ਕੋਈ ਭੇਦ ਨਹੀਂ ਜਾਣੋ। ਹੁਣ ਸਿੱਖ ਸੰਗਤ ਸਮਝੀ ਕਿ ਓਹੋ ਇਹ ਤਾਂ ਕਸੌਟੀ ਸੀ, ਅਸੀਂ ਕਿਉਂ ਕੱਸੇ ਨਿਕਲੇ। ਫਿਰ ਸ਼ੁਕਰ ਕਰਨ ਕਿ ਸਾਡੇ ਵਿੱਚੋਂ 5 ਨਿਤਰੇ ਸਿੱਖੀ ਦੀ ਲਾਜ ਰਹਿ ਆਈ। ਜੇ ਇਹ ਵੀ ਨਾ ਨਿਤਰਦੇ ਤਾਂ ਖਬਰੇ ਗੁਰੂ ਜੀ ਅੱਜ ਮਸੰਦਾ ਵਾਂਗੂ ਸਿੱਖੀ ਤੋਂ ਵੀ ਉਦਾਸ ਹੋ ਜਾਂਦੇ। ਧੰਨ ਨੇ 5 ਆਪਾ ਵਾਰੂ ਸਿੱਖ ਜਿਨ੍ਹਾਂ ਸਾਰੀ ਸਿੱਖੀ ਦੀ ਰੱਖ ਦਿਖਾਈ। ਸਾਰੇ ਉਹਨਾਂ ਪੰਜਾਂ ਨੂੰ ਸਤਕਾਰ ਨਾਲ ਸੀਸ ਨਿਵਾਉਣ। ਕੁਝ ਸਮਾਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਤੇ ਪੰਜਾਂ ਪਿਆਰਿਆਂ ਨੂੰ ਦਰਸ਼ਨ ਦੇਂਦੇ ਲੰਘਿਆ। ਹੁਣ ਉਸ ਭੀੜ ਵਿੱਚੋਂ ਇੱਕ ਹੋਰ ਸਿੱਖ ਅੱਗੇ ਵਧਿਆ, ਝਿਜਕਦਾ ਤੇ ਚਰਨਾਂ ਤੇ ਟਹਿ ਪਿਆ। ਪਾਤਸ਼ਾਹ ਬਖਸ਼, 3 ਪੀੜ੍ਹੀਆਂ ਤੋਂ ਸਿੱਖ ਹਾਂ, ਜੀਦਾਨ ਪਾਇਆ ਹੈ। ਹਾਂ ਮੈਂ ਤਾਂ ਤੱਕਦਾ ਤੱਕਦਾ ਹੀ ਰਹਿ ਗਿਆ ਕਿ ਆਵੇਗੀ ਵਾਰੀ, ਪਰ ਮੇਰੀ ਵਾਰੀ ਨਹੀਂ ਆਈ। ਹੁਣ ਲੈ ਲੈ ਇਹ ਸੀਸ ਨਿਕਾਰਾ, ਖੁੰਝੇ ਸਮੇਂ ਮਗਰੋਂ ਹੀ ਲੈ ਲੈ। ਫਿਰ ਇੱਕ ਹੋਰ ਨੇ ਅੱਗੇ ਹੋ ਕੇ ਕਿਹਾ, ਕਈ ਵੇਰ ਅੱਗੇ ਵਧਿਆ, ਕਈ ਵੇਰ ਅਚਕਿਆ, ਬਖਸ਼ਦਾ ਤੇ ਮੈਂ ਕੱਸਾਂ ਹਾਂ, ਪਰ ਤੇਰੀ ਪ੍ਰੀਤ ਤਾਰ ਅੰਦਰ ਹੈ। ਜੇ ਨਾ ਨਿਤਰਨ ਕਰਕੇ ਤਰਾਸ ਦਿਓਗੇ ਤਾਂ ਮੈਂ ਰੋ ਰੋ ਕੇ ਮਰ ਜਾਸਾਂ, ਕਿਉਂਕਿ ਤੈ ਬਿਨਾ ਮੇਰਾ ਆਸਰਾ ਹੋਰ ਕੋਈ ਨਹੀਂ। ਤੀਸਰਾ ਇੱਕ ਹੋਰ ਟਹਿ ਪਿਆ, ਰੋ ਕੇ ਬੋਲਿਆ, ਪਾਤਸ਼ਾਹ 5 ਸੀਸ ਤਾਂ ਖੁਸ਼ੀ ਨਾਲ ਭੇਟ ਹੋਏ, ਮੇਰਾ ਸੀਸ ਇਸ ਦੰਡ ਵਿੱਚ ਕੱਢ ਦੇ ਕਿ ਮੈਂ ਆਪਣੇ ਦਾਤਾ ਦੀ ਮੰਗ ਪਰ ਪਹਿਲੋਂ ਅੱਗੇ ਕਿਉਂ ਨਹੀਂ ਹੋਇਆ। ਮੈਂ ਦੇਹ ਨੂੰ ਹੁਕਮ ਨਾਲੋਂ ਵੱਧ ਕਿਉਂ ਪਿਆਰ ਕੀਤਾ। ਹੁਣ ਇਹ ਸੀਸ ਲੈ ਲਓ। ਇਸ ਤਰ੍ਹਾਂ 5 ਹੋ ਗਏ। ਜਦ ਸਤਿਗੁਰੂ ਜੀ ਨੇ ਡਿੱਠਾ ਕਿ ਅਨੇਕਾਂ ਤੇ ਅਣਗਿਣਤ ਹੋਰ ਹਨ ਜੋ ਰੋ ਰਹੇ ਹਨ ਤੇ ਪਿਆਰ ਵਿੱਚ ਪਛੁਤਾ ਰਹੇ ਹਨ। ਦਰਸ਼ਨ ਕਰਦੀ ਪਈ ਨੂੰ ਝੁਲੀ ਹਨੇਰੀ ਆਣ, ਨੈਣ ਝਮੱਕਾ ਖਾ ਗਏ ਕਸਰ ਪ੍ਰੇਮ ਨੂੰ ਲਾਣ। ਗਈ ਹਨੇਰੀ ਲੰਘ ਹੁਣ ਫਿਰ ਖੁੱਲ ਆਏ ਨੈਣ, ਦੇਹ ਦਰਸ਼ਨ ਕਰ ਬਖਸ਼ ਦੇ ਫਿਰਨ ਝਮੱਕਾ ਲੈਣ। ਤਦ ਬੋਲੇ, ਤੁਸੀਂ ਸਾਰੇ ਮੇਰੇ ਹੋ, ਮੈਂ ਤੁਹਾਡਾ ਹਾਂ।
तुसी बेमुख नहीं हो, बेमुख नस गए। कोई 2 को कोई 4 को निकल गया है, भज्जे जांदे हन ते मुड़ मुड़ पिछे तकदे हन कि मता कोई सवार उन्हां नूं फड़न ना आ रहा होवे। तुसी सन्मुख हो, जो प्यार विच उमलदे भी रहे हो, डरदे भी रहे हो, या उछलदा भी रहा है, फिर फिक्र मेरा भी करदे रहे हो, पर हिले नहीं। सन्मुख बैठे रहे ते गए नहीं ते लड़ छुड़ाया नहीं। अपनी भुल समझदे हो, दुआरे ही ढट्ठे पए हो ते सीस अरप रहे हो। हाँ, तुसी सन्मुख हो, जिन्हां दी नज़र लोकां दे ख्याल विच मेरे कमले हो जाण ते भी होर पासे नहीं गई, मेरे ते ही टिकी रही। ये जो मेरे नाल हन, प्यारे 5 ये गुरमुख हन। तुसी सारे सन्मुख हो, जो हुजतां पढ़ रहे हन सो मनमुख हन, जो भज गए हन बेमुख हन। सिखी धन है जिस विचों गुरमुख ते सन्मुख नितरे हन। ये पंथ जीवंदा है जिस दी जान ये 5 प्यारे हन। मैं दिलशाद हाँ कि 5 गुरमुख ते तुसी सारे सन्मुख नितरे हो ते होर आसावंद हज़ारां खड़े दिसते हैं। मैनू सजणों जिंदा दी लोड़ नहीं, तुसानू मारना नहीं जिवावना है। तुहाडे विचों तुसानू मार के मैं एक रब्बी सूरत आंदी है, वो तुसां विच वाड़नी है। तुहानू जीवन प्यार वालों मौत दे भै वालों मारना है ते तुसां विच कुछ होर जिवालना है। सीस मंगे सी ऐं। कुछ चिर होर साहिब गुरु गोबिंद सिंह जी चंद समान चमकदे दमकदे खड़े रहे। 5 दुआले चमकदे सितारियां वांगू परवार पाई दर्शन देंदे रहे। फिर गुरु जी ते 5 गुरु जी दे नाल चले गए ते संगत आपो अपने टिकाणे जा टिकी। अमृत जिथे कल सिखी परखी सी, जिथे तलवार सीस मंग रहे सी, जिथे कंब रहे सन मसंत ते स्तंभ होई बैठी सी संगत, अज उथे सिंघासन लग रहा है। संगत जुड़ी बैठी है। चुफेरे सनद बद सूरमे शस्त्र धारी खड़े हन। 1100 दा कड़ा प्रसाद सज रहा है। लठे दियां चादरां उत्ते सिंघासन ते बिराज रहे हन श्री गुरु गोबिंद सिंह जी स्वैत बस्त्रां विच। अगे धरिया है चमकदा लोहे दा बाटा, विच पिया है जल जिस विच रखिया है दुतारा खंडा। सामने खड़े हन कल वाले 5 सीस भेंट करन वाले जीवन मुकत। सफेद बस्तर धारे होए, तीड़ कछैरा गल अंगा सीधी, सीस सीधी चिट्टी दस्तार कमर कसा सजिया गातरे लगी है। श्री साहिब ते हाथ जोड़े खड़े हैं। संगत बिस्मय भाव विच है। अज तोखला डर नहीं पिया, पर बिस्मय है कि देखिए होर की रंग खिलदा है। अज इन्ने नूं साहिबां ने आवाज़ दिती। नितरे होए ते तलवार नाल नितारे होए 5 नूं के भाई वाहिगुरु गुरमंतर है गुरु बाबे दा, एक चित हो जपो वाहिगुरु। 5 तां एकारे लग गए। आप साहिबां दा बली ते दाता हथ गया खंडे उत्ते जो फिरन लग गया जल विच ते आप करन लग गए पाठ बाणियां दा। इस धुन नाल के वायुमंडल विच मानो दिल हिला के उच्चा करन वाली सट पै रही है। आ गए श्री परम पवित्र योगी राज माता जीतो जी। सारी संगत ने अदब नाल रस्ता दिता। सब सिर डाडे डूंगे सत्कार नाल झुक गए। पवित्रता दी दैवी पक्के पर सुबह कदमां नाल लगे वधी। जिस तरह सवेर दी पवित्र ते मध्यम समीर फुलां दी खुशबू नाल लदी सरुआं दे बाग दे विच दी लंघदी है। देवी ऐन सिंघासन दे पास आई। हसमुख चेहरे ते खिड़े मत्थे ने मुस्कुरांदे बुल खोले ते कहा, मेरा हिस्सा भी, ये कह के झोली विचों आकाश दे तारियां वर्गे चिट्टे चमकदे पतासे उस बाटे विच पा दिते जिस विच के दिलशाद जी खंडा फेरे सन। मेरा हिस्सा प्यार, शांति ते वीरता विच प्यार, वैराग ते उत्साह विच प्यार। मेरा प्यार, आप दा प्यार, सच्चे वाहिगुरु दा प्यार, जीव जी प्यार, वीरता शांति। ये तक के सतगुर दे नैण कटोरे उठे कृपा नाल तके। तेरा हिस्सा
ਪਹਿਲਾਂ ਪਿਆ ਕਰੇਗਾ। ਦੇਵੀ ਮਾਤਾ, ਸੱਚੀ ਮਾਤਾ, ਪਿਆਰ ਤੇ ਪਵਿੱਤਰਤਾ ਦਾ ਅਵਤਾਰ ਮਾਤਾ ਜੀਤੋ ਜੀ ਇਹ ਹਿੱਸਾ ਪਾ ਕੇ ਪਾਸ ਬੈਠ ਗਈ ਤੇ ਸਾਰੇ ਦੂਲਨਾਂ ਵੱਲ ਕਿਰਪਾ ਨਾਲ ਤੱਕਿਆ। ਹੁਣ ਵੀਰ ਰਸ ਤੇ ਸ਼ਾਂਤ ਰਸ ਇਕੱਠੇ ਕਰਕੇ ਪ੍ਰਵੇਸ਼ ਕਰਨ ਲੱਗੇ ਹਨ ਪੰਥ ਵਿੱਚ। ਬਾਣੀਆਂ ਪੜ੍ਹ ਕੇ ਆਪ ਖੜੇ ਹੋ ਗਏ। ਕੱਲ ਦੇ ਤਲਵਾਰ ਦੀ ਧਾਰ ਅੱਗੇ ਮਰਨੇ ਲਈ ਨਿਵੇਂ ਆਪਾ ਵਾਰੂਆਂ ਦੇ ਸਨਮੁਖ ਖੜੋ ਕੇ ਇੱਕ ਤੋਂ ਮੂਲ ਮੰਤਰ ਦਾ ਪਾਠ ਕਰਵਾਇਆ 5 ਵੇਰ। ਪਹਿਲਾਂ ਉਹ ਜੋ ਬਾਟੇ ਵਿੱਚ ਤਿਆਰ ਹੋਇਆ ਸੀ, ਮਰਿਆਂ ਨੂੰ ਅਮਰ ਕਰਨੇ ਵਾਲਾ ਅੰਮ੍ਰਿਤ ਸਤਿਗੁਰ ਨੇ ਬਾਟੇ ਵਿੱਚੋਂ ਲਿਆ, ਛੱਟੇ ਮਾਰੇ, 5 ਵੇਰ ਨੈਣਾ ਵਿੱਚ ਤੇ ਗੱਜ ਕੇ ਬੁਲਵਾਇਆ ਨਵਾਂ ਬੋਲਾ, ਜੋ ਆਪ ਹੀ ਪਹਿਲੀ ਵੇਰ ਸਤਿਗੁਰ ਦੇ ਮੁਖਾਰ ਬਿੰਦ ਤੋਂ ਰੂਪ ਧਾਰੀ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। 5 ਵੇਰ ਅੰਮ੍ਰਿਤ ਦੇ ਚੁੱਲ੍ਹੇ ਛਕਾਏ, ਫਿਰ ਨੇਤਰਾਂ ਪਰ 5 ਛੱਟੇ ਲਾਏ। 5 ਵੇਰ ਕੇਸਾਂ ਵਿੱਚ ਦਸਮ ਦੁਆਰ ਦੇ ਟਿਕਾਣੇ ਪਾ ਕੇ ਇਸ ਅੰਮ੍ਰਿਤ ਦੇ ਚੁੱਲ੍ਹੇ ਦੇ ਕੇ ਹਰ ਵੇਰ ਜੈਕਾਰਾ ਗਜਵਾਇਆ। ਇਉਂ 5 ਨੂੰ ਅੰਮ੍ਰਿਤ ਛਕਾਇਆ। ਫਿਰ ਹੁਕਮ ਦਿੱਤਾ, ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਤੁਸਾਂ ਛਕਿਆ ਹੈ। ਉਸ ਦੇ ਨਾਮ ਦੀ ਦਾਤ ਦਾਨ ਹੋਈ ਹੈ। ਨਾਮ ਜਪਣਾ ਸਿਮਰਨਾ ਹੈ ਵਾਹਿਗੁਰੂ। ਵਾਹਿਗੁਰੂ ਦਾ ਸਰੂਪ ਤੁਸਾਂ ਮੂਲ ਮੰਤਰ ਵਿੱਚ ਸੁਣਿਆ ਹੈ, ਸਮਝਿਆ ਹੈ। ਇਸ ਰੂਪ ਵਾਲਾ ਨਾਮ ਹੀ ਹੈ ਵਾਹਿਗੁਰੂ, ਜਿਸ ਉੱਤੇ ਸਿਦਕ ਰਹੇ ਕਾਇਮ ਤੁਸਾਂ ਦਾ ਸਦਾ ਸਦਾ। ਤੁਸਾਂ ਨੂੰ ਖਾਲਸਾ ਸਾਜਿਆ ਹੈ। ਉਸ ਵਾਹਿਗੁਰੂ ਦਾ ਤੁਸੀਂ ਹੁਣ ਖਾਲਸਾ ਹੋ, ਤੁਸੀਂ ਵਾਹਿਗੁਰੂ ਦੇ ਹੋ। ਫਤਿਹ ਸਦਾ ਵਾਹਿਗੁਰੂ ਦੀ ਹੈ। ਜੋ ਉਸ ਦਾ ਹੈ ਤੋ ਸਾਡਾ ਹੈ। ਇਉਂ ਤੁਹਾਡੀ ਫਤਿਹ ਹੈ। ਉਸ ਵਾਹਿਗੁਰੂ ਦੀ ਸਿਫਤ ਸਲਾਹ, ਗੁਣ, ਕੀਰਤੀ, ਵਡਿਆਈ ਵਿਚਾਰ ਕੇ ਉਸ ਨਾਲ ਮਿਲੇ ਰਹੋ। ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ। ਇਹ ਗੱਲ ਬਾਣੀ ਨਾਲ ਹੋਣੀ ਹੈ, ਸੋ ਬਾਣੀ ਨਿਤਨੇਮ ਪੜ੍ਹਨੀ ਹੈ। ਗੁਰਬਾਣੀ ਤੋਂ ਅਵੇਸਲੇ ਨਹੀਂ ਹੋਣਾ। ਬਾਣੀ ਪੜ੍ਹਨੀ, ਕੀਰਤਨ ਸੁਣਨਾ ਕਰਨਾ, ਬਾਣੀ ਵਿਚਾਰਨੀ, ਅਮਲ ਕਰਨਾ, ਨਿਤਨੇਮ ਨਹੀਂ ਕੁਸਾਉਣਾ। ਨਾਮ ਬਾਣੀ ਦੀ ਟੇਕ ਧਾਰ ਕੇ ਰਹਿਤ ਤਾਰੋ। ਦਾਤੇ ਨੇ ਫਿਰ ਰਹਿਤ ਦਾ ਉਪਦੇਸ਼ ਦਿੱਤਾ। ਫਿਰ ਤਾਕੀਦ ਕੀਤੀ ਕਿ ਕੇਸਾਂ ਧਾਰੀ ਰਹਿਣਾ ਹੈ। ਇਸ ਤੋਂ ਉਸ ਅਸਥਾਨ ਦਾ ਨਾਮ ਕੇਸਗੜ੍ਹ ਹੋਇਆ, ਜਿੱਥੇ ਕਿ ਅੱਜ ਦਾਤੇ ਕੇਸਾ ਧਾਰੀ ਪੰਥ ਰਚਿਆ। ਫਿਰ ਮਸੰਦਾਂ, ਮੀਣਿਆਂ, ਧੀਰਮਲੀਆਂ ਆਦਿ ਨਾਲ ਵਰਤਣੋਂ ਵਰਜਿਆ। ਆਪਸ ਦਾ ਪ੍ਰੇਮ ਉਪਦੇਸ਼ਿਆ। ਅੱਜ ਤੋਂ ਵਾਸੀ ਅਨੰਦਪੁਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਨਾਮ ਸਿੰਘ ਰੱਖਣ ਦਾ ਹੁਕਮ ਕੀਤਾ। ਸਿੰਘ ਦਾ ਭਰਾ। ਫਿਰ ਪੰਥ ਸੇਵਾ ਤੇ ਸੇਵਾ ਵਿੱਚ ਆਪਾ ਵਾਰਨ ਦਾ ਉਪਦੇਸ਼ ਦਿੱਤਾ। ਤੁਸੀਂ ਪੰਜੇ ਇੱਕ ਪੰਥ ਹੋਏ ਹੋ। ਤੁਸਾਂ ਪੰਜਾਂ ਦੇ ਸਮੂਹ ਵਿੱਚ ਮੈਂ ਆਪਣੀ ਜੋਤ ਧਰੀ ਹੈ। ਕਰ ਅਰਦਾਸ ਰਹਿਤ ਕੀ ਭੱਲੇ। ਪੰਚ ਅੰਮ੍ਰਿਤ ਆਂਚ ਪਾਂਚੋਂ ਮਿਲੇ। ਜਾਤ ਪਾਤ ਕੋ ਭੇਦ ਨਾ ਕੋਈ। 4 ਬਰਨ ਅਚਮੈ ਇੱਕ ਹੋਈ। ਮਤ ਉੱਚੀ ਰਾਖੋ ਮਨ ਨੀਵਾਂ। ਸਿਮਰੋ ਵਾਹਿਗੁਰੂ ਸੁਖ ਸੀਮਾ। ਗੋਰ ਮੜੀ ਅਰ ਪੰਥ ਅਨੇਕਾਂ। ਆਨ ਨ ਮਾਨੈ ਰਾਖ ਵਿਵੇਕਾ। ਕਵੀ ਸੰਤੋਖ ਸਿੰਘ ਜੀ ਖਾਲਸੇ ਦੇ ਜਨਮ ਪਰ ਲਿਖਦੇ ਹਨ, ਵਾਹਿਗੁਰੂ ਜੀ ਕਾ ਭਇਓ ਖਾਲਸਾ ਸੋਨੀਕਾ। ਅਤ ਵਾਹਿਗੁਰੂ ਜੀ ਕੀ ਮਿਲ ਫਤਿਹ ਸੋ ਬੁਲਾਈ ਹੈ। पीर पातशाह करामाती जे अपर पंथ हिंदू के तुर्क हूँ की कान को मिटाई है। तीसरा मजहब जग देख के अजब महा। बैरी के गजब पर्यों छीने ठकराई है। धर्म स्थापबे को पापन के खापबे को। गुरु गुरु जापबे को नई रीति यूं चलाई है। गुरु रू प्यारी साध संगत जी, इस लिखत का अगला हिस्सा आप जी नूं अगे पढ़ के सरवण कराउण की कोशिश करांगे जी। वाहिगुरू जी का खालसा, वाहिगुरू जी की फतेह।